कर हथ फिरत फिरत प्रभाया परया तो शरणै नानक की प्रभ बेनती अपनी भगति लाए मोह मल विवश कियो काम कह केस पछाड़ियो क्रोध खंड प्रचंड लोभ अपमान स्यों चाड़ियो जन्म काल कर जोड़ हुक्म जो हुए सुमनै पाव सागर बंदियो सिख तारे सो प्रसन्न सिर आतपत सचो तखत जोग भोग संजुत बल गुर रामदास सच सलपण तू अटल राज अपग दल सो गोटल गुर सेविय अहनिस सहज सुभय दर्शन परस्य गुरु कै जन्म मरण दुख जाए दर्शन परस्य गुरु कै जन्म मरण दुख जाए सतनाम श्री वाहिगुरु साहिब जीओ सोरठ महला तीजा बिन सतगुर सेवे बहुता दुख लगा जुग चारे परमाई हम दीन तुम जुग जुग दाते शब्दे देहे बुझाई बिन सतगुर सेवे बहुता दुख लगा जुग चारे परमाई हम दीन तुम जुग जुग दाते शब्दे देहे बुझाई हर जियो कृपा करो तुम प्यारे सतगुर दाता मेल मिलाओ हर नाम देवो आधारे रहाओ मनसा मार दुविधा सहज समणी पाया नाम अपारा हर रस चाख मन निर्मल होवा हिल बिख काटन हारा शब्द मरो फिर जी
जीवो साधही तां फिर मरण ना होई। अमृत नाम सदा मन मीठा शब्दे पावै कोई। दातै दात रखी हथ अपने जिस पावै तिस देई। नानक नाम रते सुख पाया दरगह जापै सेई। दातै दात रखी हथ अपने जिस पावै तिस देई। नानक नाम रते सुख पाया दरगह जापै सेई। वाहेगुरु जी का खालसा वाहेगुरु जी की फतेह। सोरठ महला तीजा। बिन सतगुर सेवे बहुता दुख लागा जुग चारे परमाई। हम दीन तुम जुग जुग दाते शब्दे देह बुझाई। सोरठ राग ਦੇ ਅੰਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਅੱਜ ਦੇ ਪਾਵਨ ਹੁਕਮ ਬਖਸ਼ਿਸ਼ ਕੀਤੇ ਹਨ। ਗੁਰੂ ਸਾਹਿਬ ਜੀ ਨੇ ਸਾਨੂੰ ਜੀਵਾਂ ਨੂੰ ਸਮਝਾਇਆ ਹੈ ਕਿ ਸਤਿਗੁਰੂ ਤੋਂ ਬਿਨਾਂ ਗਤ ਨਹੀਂ, ਤੇ ਇਹ ਸਤਿਗੁਰੂ ਦੀ ਦਾਤ ਲੈਣ ਦੇ ਲਈ ਅਸੀਂ ਅਰਦਾਸ ਕਰਨੀ ਹੈ ਕਿ ਸ਼ਬਦ ਦੇ ਦੁਆਰਾ ਤੁਸੀਂ ਆਪ ਹੀ ਸਾਨੂੰ ਸੋਝੀ ਦੇ ਦਿਓ। ਗੁਰੂ ਸਾਹਿਬ ਸੋਝੀ ਦੇਣਾ ਕਰਦੇ ਹਨ, ਅਸੀਂ ਇਸ ਸੋਝੀ ਦੇ ਲਾਇਕ ਬਣ ਸਕੀਏ, ਉਸ ਦੇ ਹੁਕਮ ਦੀ ਕਮਾਈ ਕਰ ਸਕੀਏ। ਸੋ ਅੱਜ ਦੇ ਹੁਕਮ ਦੇ ਅਨੁਸਾਰ ਗੁਰੂ ਸਾਹਿਬ ਜੀ ਨੇ ਜੋ ਆਖਿਆ ਹੈ, ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਸੇਈ। ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਅੱਜ ਪਾਵਨ ਗੁਰਤਾ ਗੱਦੀ ਦਿਵਸ ਹੈ। ਆਪ ਸਭ ਸੰਤਾਂ ਨੂੰ ਗੁਰਤਾ ਗੱਦੀ ਦਿਵਸ ਦੀਆਂ ਬੇਅੰਤ ਵਧਾਈਆਂ ਹੋਣ ਜੀਓ। ਗੁਰੂ ਸਾਹਿਬ ਜੀ ਕਿਰਪਾ ਕਰਨ ਇਸ ਵੇਲੇ ਆਪਣੇ ਹੁਕਮ ਦੀ ਅਤੇ ਨਾਲ ਹੀ ਇਤਿਹਾਸ ਦੀ ਵਿਚਾਰ ਸ਼ਰਵਣ ਕਰਵਾਉਣ, ਆਪ ਹੀ ਵਿੱਚ ਵਿਚਰ ਕੇ ਕਰਵਾ ਲੈਣ। ਸੋ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੇ ਹੀ ਅਸੀਸ ਬਖਸ਼ਦੇ ਹੋਏ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਅੱਜ ਦਾ ਪਾਵਨ ਹੁਕਮ ਦਿੱਤਾ ਹੈ, ਤੇ ਉਸੇ ਹੁਕਮ ਦੇ ਵਿੱਚ ਆਪ ਆਖਿਆ ਹੈ ਕਿ ਇਹ ਜੋ ਦਾਤ ਹੈ, ਤਖਤ ਬਹਿ ਤਖਤ ਕੀ ਲਾਇਕ। ਜੋ ਤਖਤ ਤੇ ਬੈਠਦਾ ਹੈ ਉਹ ਤਖਤ ਤੇ ਬੈਠਣ ਦੇ ਲਾਇਕ ਹੁੰਦਾ ਹੈ, ਤਾਂ ਉਸ ਨੂੰ ਇਹ ਦਾਤ ਮਿਲਦੀ ਹੈ। ਦਾਤ ਜੋਤ ਕਰਤੇ ਵਡਿਆਈ। ਇਹ ਕਰਤਾ ਪੁਰਖ ਆਪ ਉਸੇ ਦੀ ਹੀ ਵਡਿਆਈ ਹੈ ਕਿ ਉਹ ਇਹ ਦਾਤ, ਇਹ ਰੱਬੀ ਦਾਤ ਜੋ ਹੈ, ਭਾਵੇਂ ਆਪਣੇ ਆਪ ਨੂੰ ਬਹੁਤ ਸਮਝਣ ਵਾਲੇ ਹੋਣ ਕਿ ਸਾਨੂੰ ਕਿਉਂ ਨਹੀਂ ਮਿਲੀ, ਨਹੀਂ, ਲਾਇਕ ਹੋਣਾ ਚਾਹੀਦਾ ਹੈ, ਤਖਤਾ ਕੇ ਲਾਇਕ। ਫਿਰ ਹੀ ਇਹ ਦਾਤੇ ਕੀ ਜੋ ਦਾਤ ਹੈ ਸਵਾਈ ਹੁੰਦੀ ਜਾਂਦੀ ਹੈ। ਸੋ ਲਾਇਕ ਬਣਨਾ ਪੈਂਦਾ ਹੈ। ਭਾਈ ਗੋਪਾਲਾ ਜੀ ਨੂੰ ਤੋਂ ਪਾਠ ਸੁਣਿਆ ਸੀ ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਜਦੋਂ ਪਾਠ ਸ਼ਰਵਣ ਕੀਤਾ ਤੇ ਪੈਰ ਚੱਕਿਆ ਗੁਰੂ ਸਾਹਿਬ ਜੀ ਨੇ ਕਿ ਬੜਾ ਹੀ ਸੁੰਦਰ ਪਾਠ ਕਰ ਰਹੇ ਹਨ ਭਾਈ ਗੋਪਾਲਾ ਜੀ। ਪੈਰ ਤਖਤ ਤੋਂ ਚੱਕਿਆ ਗੁਰੂ ਸਾਹਿਬ ਜੀ ਨੇ, ਤੇ ਭਾਈ ਗੋਪਾਲਾ ਜੀ ਦਾ ਧਿਆਨ ਸੀ ਗੁਰੂ ਸਾਹਿਬ ਜੀ ਦੇ ਵੱਲ, ਤੇ ਸੋਚਿਆ ਕਿ ਗੁਰੂ ਸਾਹਿਬ ਜੀ ਕਿਤੇ ਉੱਠ ਕੇ ਜਾਣ ਲੱਗੇ ਹਨ। ਮਨ ਦੇ ਵਿੱਚ ਸਾਡਾ ਜੋ ਮਨ ਹੈ ਚੁੱਪ ਹੈ, ਚੁੱਪ ਨਾ ਹੋਵੇ। ਮਨ ਚੁੱਪ ਨਹੀਂ ਕਰਦਾ, ਟਿਕਦਾ ਵੀ ਨਹੀਂ, ਭੱਜਿਆ ਰਹਿੰਦਾ ਹੈ।
ਸੋ ਮਨ ਦੇ ਵਿੱਚ ਵਿਚਾਰ ਆਇਆ ਕਿ ਕਿਧਰੇ ਗੁਰੂ ਸਾਹਿਬ ਜੀ ਜਾ ਰਹੇ ਹਨ ਅਤੇ ਇਹ ਉੱਠ ਕੇ ਚਲੇ ਜਾਣ ਅਤੇ ਮੇਰਾ ਇਨਾਮ ਹੀ ਨਾ ਰਹਿ ਜਾਵੇ। ਗੁਰੂ ਸਾਹਿਬ ਆਉਣ ਅਤੇ ਮੈਂ ਮੰਗਾਂ ਕਿ ਉਹ ਗੁਰੂ ਸਾਹਿਬ ਜੀ ਘੋੜਾ ਕਿਸੇ ਹੋਰ ਨੂੰ ਦੇ ਦੇਣ। ਮਨ ਦੇ ਵਿੱਚ ਇੱਛਾ ਸੀ ਕਿ ਘੋੜਾ ਲੈਣਾ ਹੈ। ਅਸੀਂ ਇੱਛਾਵਾਂ ਦੇ ਕਰਕੇ ਇੱਛਾਵਾਂ ਦੇ ਨਾਲ ਪਾਠ ਕਰਦੇ ਹਾਂ, ਇੱਛਾਵਾਂ ਦੇ ਨਾਲ ਅਸੀਂ ਬੈਠਦੇ ਹਾਂ ਗੁਰੂ ਸਾਹਿਬ ਦੀ ਝੋਲੀ ਦੇ ਵਿੱਚ ਕਿ ਇਹ ਇੱਛਾ ਹੈ, ਉਹ ਇੱਛਾ ਹੈ, ਪਰ ਦਾਤੇ ਦਾ ਪਤਾ ਨਹੀਂ ਹੁੰਦਾ ਕਿ ਉਹ ਤਰੁੱਟ ਕੇ ਕਿਹੜੀ ਦਾਤ ਦੇ ਦੇਵੇ। ਭਾਈ ਗੋਪਾਲਾ ਜੀ ਨੇ ਮਨ ਦੇ ਵਿੱਚ ਸੋਚਿਆ ਕਿ ਗੁਰੂ ਸਾਹਿਬ ਜੀ ਤੋਂ ਘੋੜਾ ਲੈਣਾ ਸੀ, ਸੋਨੇ ਦੀ ਕਾਠੀ ਪਵਾ ਕੇ ਅਤੇ ਗੁਰੂ ਸਾਹਿਬ ਜੀ ਚੱਲੇ ਹਨ। ਇੰਨਾ ਵਿਚਾਰ ਆਇਆ, ਫਿਰ ਪਾਠ ਦੇ ਵਿੱਚ ਮਨ ਤਾਂ ਜੁੜ ਗਿਆ, ਪਰ ਉਹ ਵਿਚਾਰ ਜਿਹੜਾ ਸੀ ਉੱਥੇ ਖੜ੍ਹ ਗਈ ਸੁਰਤ, ਅਤੇ ਉਹ ਉੱਥੇ ਹੀ ਗੁਰੂ ਸਾਹਿਬ ਜੀ ਨੇ ਪੈਰ ਆਪਣਾ ਥੱਲੇ ਟਿਕਾ ਲਿਆ, ਵਾਪਸ ਤਖਤ 'ਤੇ ਬੈਠ ਗਏ। ਅਤੇ ਜਦੋਂ ਭਾਈ ਗੋਪਾਲਾ ਜੀ ਪਾਠ ਦੀ ਸਮਾਪਤੀ ਕਰਕੇ ਉੱਠੇ ਹਨ ਅਤੇ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਕੀ ਚਾਹੀਦਾ ਹੈ, ਪਤਾ ਹੈ ਕਿ ਕੀ ਚਾਹੀਦਾ ਹੈ? ਮੈਨੂੰ ਬੋਲਿਆ ਸਭ ਕੁਝ ਜਾਣਦਾ, ਪਰ ਫਿਰ ਵੀ ਸਿੱਖ ਦੀ ਭਾਵਨਾ ਨੂੰ ਭਾਗ ਲਗਾਉਂਦੇ ਹਨ ਅਤੇ ਉਹ ਘੋੜਾ ਸੋਨੇ ਦੀ ਕਾਠੀ ਸਮੇਤ ਦਿੰਦੇ ਹਨ। ਅਤੇ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਗੁਰੂ ਦੀ ਜੋ ਰਮਜ਼ ਹੈ, ਗੁਰੂ ਦਾ ਜੋ ਰਾਜ ਹੈ, ਗੁਰੂ ਰਮਜ਼ ਦਿੰਦਾ ਹੈ। ਅਸੀਂ ਰਾਜ ਸਮਝਣ ਦੇ ਲਈ ਯਤਨ ਕਰਦੇ ਹਾਂ, ਰਾਜ ਅਸੀਂ ਨਹੀਂ ਸਮਝ ਸਕਦੇ ਅਤੇ ਨਾ ਹੀ ਸਾਨੂੰ ਯਤਨ ਕਰਨਾ ਚਾਹੀਦਾ ਹੈ। ਉਸ ਦੀ ਰਮਜ਼ ਦੇ ਵਿੱਚ ਰਾਜ਼ੀ ਰਹਿਣਾ ਚਾਹੀਦਾ ਹੈ। ਫਿਰ ਉਸ ਦੀ ਮੌਜ ਹੈ, ਜੋ ਦੇਣਾ ਚਾਹਵੇ ਉਹ ਦੇ ਸਕਦਾ ਹੈ, ਦਿੰਦਾ ਹੈ, ਕਦੇ ਵੀ ਲੁਕੋ ਕੇ ਨਹੀਂ ਰੱਖਦਾ। ਸੋ ਗੁਰੂ ਸਾਹਿਬ ਜੀ ਨੇ ਉਸ ਵੇਲੇ ਤਖਤ ਦੇਣ ਦੇ ਲਈ ਉਹ ਆਪਣੇ ਮਨ ਦੇ ਵਿੱਚ ਫੁਰਨਾ ਬਣਾਇਆ ਸੀ ਕਿ ਇੰਨਾ ਸੋਹਣਾ ਪਾਠ ਕੀਤਾ ਹੈ ਭਾਈ ਗੋਪਾਲਾ ਜੀ ਨੇ। ਤਖਤ ਦੇਣ ਦੇ ਲਈ ਉੱਠੇ ਸਨ, ਪਰ ਤਖਤ ਬਹਿ ਤਖਤ ਹੈ ਕਿ ਲਾਇਕ। ਮਨ ਦੇ ਵਿੱਚ ਸਾਡੇ ਵਿਚਾਰਾਂ ਹਨ ਅਤੇ ਅਸੀਂ ਉਹਨਾਂ ਸੋਚਾਂ, ਉਹਨਾਂ ਇੱਛਾਵਾਂ ਜੋਗੇ ਹੀ ਰਹਿ ਜਾਂਦੇ ਹਾਂ, ਗੁਰੂ ਜੋਗੇ ਨਹੀਂ ਬਣ ਪਾਉਂਦੇ। ਗੁਰੂ ਜੋਗੇ ਬਣਨਾ ਹੈ, ਹੁਕਮ ਰਜ਼ਾਈ ਚੱਲਣਾ, ਹੁਕਮ ਦੇ ਵਿੱਚ ਚੱਲਣਾ ਹੈ, ਇਹ ਸਮਝ ਆ ਜਾਵੇ। ਤਾਂ ਹੀ ਤਾਂ ਆਖਰੇ ਹਨ ਸੋਰਠ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੀ ਫਰਮਾਈ। ਇਹ ਚਾਰੇ ਯੁੱਗਾਂ ਦੇ ਵਿੱਚ ਭਰਮਣਾ ਭਟਕਣਾ ਕੀ ਹੈ? ਕਦੇ ਅਸੀਂ ਸਤਿਯੁਗ ਦੇ ਵਿੱਚ ਆ ਜਾਂਦੇ ਹਾਂ, ਜਦੋਂ ਨਾਮ ਜਪਦੇ ਹਾਂ, ਗੁਰੂ ਦੇ ਨਾਲ ਚਿੱਤ ਜੁੜਦਾ ਹੈ, ਅਤੇ ਫਿਰ ਭਟਕ ਜਾਂਦੇ ਹਾਂ, ਤ੍ਰੇਤੇ ਅਤੇ ਦੁਆਪਰ ਦੇ ਵਿੱਚ ਆ ਜਾਂਦੇ ਹਾਂ, ਕਦੇ ਥੋੜ੍ਹਾ ਜਿਹਾ ਉੱਚਾ, ਫਿਰ ਨੀਵਾਂ, ਫਿਰ ਚੱਲ ਕੇ ਆਉਂਦੇ ਹਾਂ, ਅਤੇ ਫਿਰ ਕਦੇ ਕਲਯੁਗ ਦੇ ਵਿੱਚ ਜਮਾਂ ਹੀ ਨੀਚੇ ਡਿੱਗ ਪੈਂਦੇ ਹਾਂ, ਥੱਲੇ ਜਮਾਂ ਥੱਲੜੀ ਪੌੜੀ ਤੋਂ ਵੀ ਥੱਲੇ, ਡੰਡੇ ਤੋਂ ਥੱਲੇ ਡਿੱਗ ਪੈਂਦੇ ਹਾਂ। ਸੋ ਗੁਰੂ ਸਾਹਿਬ ਬਚਾ ਲੈਣ, ਇਸੇ ਦੇ ਲਈ ਅਰਦਾਸ ਕਰਨੀ ਵੀ ਸਿਖਾਈ ਹੈ। ਹਮ ਦੀਨ ਤੁਮ ਜੁਗ ਜੁਗ ਦਾਤੇ, ਤੁਸੀਂ ਤਾਂ ਜੁਗਾਂ ਜੁਗਾਂਤਰਾਂ ਦੇ ਵਿੱਚ ਦਾਤਾਂ ਦੇਣ ਵਾਲੇ ਹੋ ਦਾਤਾ ਜੀਓ, ਅਸੀਂ ਗਰੀਬ ਹਾਂ, ਤੁਸੀਂ ਸਾਨੂੰ ਗਰੀਬਾਂ ਨੂੰ ਆਪਣੇ ਨਾਮ ਦੀ ਦਾਤ ਦਿਓ। ਸ਼ਬਦ ਦੁਆਰਾ ਇਹ ਸੋਝੀ, ਸ਼ਬਦੇ ਦੇਹ ਬੁਝਾਈ, ਸ਼ਬਦ ਦੁਆਰਾ ਇਹ ਸੋਝੀ ਦੇ ਦਿਓ, ਗਿਆਨ ਦੇ ਦਿਓ, ਸਾਨੂੰ ਸਮਝ ਆ ਜਾਵੇ ਕਿ ਦਾਤੇ ਦੇ ਜੋ ਦਾਤ ਹੈ, ਨਾਮ ਦੀ ਦਾਤ ਹੈ, ਜੋ ਸਦਾ ਕਾਇਮ ਰਹਿਣ ਵਾਲੀ ਹੈ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। हे ਹਰੀ ਦਾਤਾ ਜੀਓ, ਪਰਮਾਤਮਾ ਜੀਓ, ਤੁਸੀਂ ਕਿਰਪਾ ਕਰੋ ਕਿ ਸਤਿਗੁਰੂ ਜੋ ਦਾਤਾ ਹੈ, ਆਪ ਦੇ ਨਾਮ ਦੀ ਦਾਤ ਦਿੰਦਾ ਹੈ। ਦਾਤਾ ਕਹਿੰਦੇ ਉਸ ਦਾਤੇ ਦੇ ਨਾਲ, ਸਤਿਗੁਰੂ ਦੇ ਨਾਲ ਮਿਲਾਪ ਕਰਵਾ ਦਿਓ, ਅਤੇ ਮਿਲਾਪ ਕਰਵਾ ਕੇ ਤੁਹਾਡਾ ਨਾਮ ਮਿਲਣਾ ਹੈ। ਕਿਰਪਾ ਕਰੋ ਕਿ ਸਤਿਗੁਰੂ ਦੇ ਨਾਲ ਮਿਲਾਪ ਹੋ ਜਾਵੇ। ਅਜਿਹਾ ਮਿਲਾਪ ਗੁਰੂ ਰਾਮਦਾਸ ਜੀ ਦਾ ਹੋਇਆ। ਅਸੀਂ ਆਖਦੇ ਹਾਂ ਕਿ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਜਦੋਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਅਤੇ ਜਿਸ ਦਾ ਕੋਈ ਨਹੀਂ ਉਸ ਦਾ ਉਹ ਹੈ, ਅਤੇ ਮਾਤਾ ਪਿਤਾ ਦੇ ਵਾਂਗ ਹੈ। ਮਾਤਾ ਪਿਤਾ ਨੂੰ ਬੜਾ ਸਤਿਕਾਰ ਦਿੱਤਾ ਹੈ ਗੁਰੂ ਸਾਹਿਬ ਜੀ ਨੇ। ਇਹ ਨਹੀਂ ਆਖਿਆ ਕਿ ਅਸੀਂ ਮਾਤਾ ਪਿਤਾ ਨੂੰ ਛੱਡਣਾ ਹੈ, ਮਾਤਾ ਪਿਤਾ ਦਾ ਸਤਿਕਾਰ ਹੈ ਉੱਥੇ, ਕਿ ਮਾਤਾ ਪਿਤਾ ਰੱਬ ਵਰਗੇ ਹਨ, ਅਤੇ ਜੋ ਰੱਬ ਹੈ ਉਹ ਮਾਤਾ ਪਿਤਾ ਵਰਗਾ ਹੈ। ਫਰਕ ਹੀ ਕੋਈ ਨਹੀਂ, ਫਰਕ ਹੀ ਨਹੀਂ ਛੱਡਿਆਗਾ, ਭੇਦ ਹੀ ਖਤਮ ਕਰ ਦਿੱਤਾ। ਸੋ ਮਾਤਾ ਪਿਤਾ ਦਾ ਸਤਿਕਾਰ, ਸਵੇਰੇ ਉੱਠ ਕੇ ਚਰਨੀ ਹੱਥ ਲਾਉਣਾ ਮਾਤਾ ਪਿਤਾ ਦੇ, ਕਹਿੰਦੇ ਰੱਬ ਨੂੰ ਪੂਜਣ ਦੇ ਬਰਾਬਰ ਹੈ। ਸੋ ਗੁਰੂ ਸਾਹਿਬ ਜੀ ਨੇ ਆਖਿਆ ਕਿ ਜਿਹਦਾ ਮਾਤਾ ਪਿਤਾ ਨਹੀਂ ਹੁੰਦਾ ਉਹਦਾ ਆਪ ਮਦਦਗਾਰ ਬਣਦਾ ਹੈ। ਗੁਰੂ ਰਾਮਦਾਸ ਜੀ ਦਾ ਕੌਣ ਸੀ? ਬਚਪਨ ਦੇ ਵਿੱਚ ਪਹਿਲਾਂ ਮਾਤਾ ਚੜ੍ਹਾਈ ਕਰ ਗਈ, ਅਤੇ 7 ਕੁ ਸਾਲ ਦੀ ਉਮਰ ਹੋਈ, ਪਿਤਾ ਵੀ ਚੜ੍ਹਾਈ ਕਰ ਗਏ।
ਤੇ ਦਾਤਾ ਆਪ ਆਇਆ ਹੈ ਸਹਾਰਾ ਬਣਨ ਦੇ ਲਈ। ਹੁਣ ਜਦੋਂ ਨਾਨੀ ਆਈ ਹੈ ਬਸਤਰ ਕੇ ਪਿੰਡ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਪਿੰਡ ਹੈ, ਤੇ ਆਪਣੇ ਨਾਲ ਨਾਨਕੇ ਲੈ ਗਈ, ਆਪਣੇ ਘਰ ਲੈ ਗਈ। ਤੇ ਉੱਥੇ ਹੁਣ ਕਿਉਂਕਿ ਨਾਨੀ ਬੁੱਢੜੀ ਮਾਈ ਹੈ, ਇਹ 7 ਕੁ ਸਾਲ ਦੇ ਬੱਚੇ ਹਨ। ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ, ਪਿਤਾ ਹਰਦਾਸ ਜੀ, ਮਾਤਾ ਅਨੂਪੀ ਜੀ, ਮਾਤਾ ਦਇਆ ਕੌਰ ਜੀ ਵੀ ਨਾਮ ਆਉਂਦਾ ਹੈ, ਮਾਤਾ ਅਨੂਪੀ ਜੀ ਕਰਕੇ ਵੀ ਆਉਂਦਾ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਸਾਡੇ ਘਰਾਂ ਦੇ ਵਿੱਚ 2 ਨਾਮ ਚੱਲਦੇ ਹੁੰਦੇ ਹਨ ਬੱਚਿਆਂ ਦੇ, ਕਈ ਤੇ ਉਹ ਫਿਰ ਪ੍ਰਚਲਿਤ ਹੋ ਜਾਂਦੇ ਹਨ। ਇਤਿਹਾਸਕਾਰਾਂ ਨੇ ਆਪਣੀ ਆਪਣੀ ਖੋਜ ਦੇ ਅਨੁਸਾਰ ਨਾਮ ਲਿਖੇ ਹੁੰਦੇ ਹਨ। ਸੋ ਮਾਤਾ ਤੇ ਪਿਤਾ ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ। ਸਤਿਗੁਰੂ ਨੂੰ ਸੇਵ ਕੇ ਉਹਨਾਂ ਨੇ ਸੁਖ ਪਾ ਲਿਆ ਸੀ, ਉਹ ਆਨੰਦ ਪਿਆ। ਮੇਰੀ ਮਾਇਆ ਵਾਲੀ ਅਵਸਥਾ ਗੁਰੂ ਰਾਮਦਾਸ ਜੀ ਦੀ ਬਣ ਗਈ ਸੀ, ਤੇ ਉਹ ਅਵਸਥਾ ਬਣੀ ਸੀ ਕਿ ਉਹ ਦਾਤ ਜੋਤ ਦੇ ਲਾਇਕ ਬਣ ਗਏ ਸਨ ਕਿ ਭੇਦ ਨਾ ਜਾਣੋ ਮੂਲ ਸਾਈਂ ਜਿਹਾ, ਇਹੋ ਜਿਹੀ ਉਹਨਾਂ ਦੀ ਅਵਸਥਾ ਬਣ ਗਈ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ ਵਾਲੀ ਅਵਸਥਾ ਉਹਨਾਂ ਦੀ ਬਣ ਗਈ ਸੀ। ਜਦੋਂ ਨਾਨੀ ਲੈ ਕੇ ਆਈ ਤੇ ਸੇਵਾ ਕੀਤੀ ਹੈ, ਘੁੰਗਣੀਆਂ ਮੰਗੀਆਂ ਹਨ ਗੁਰੂ ਅਮਰਦਾਸ ਜੀ ਨੇ। ਇੱਕ ਵਾਰੀ ਸਾਰੀਆਂ ਝੋਲੀ ਦੇ ਵਿੱਚ ਪਾ ਦਿੱਤੀਆਂ, ਫਿਰ ਪਾ ਦਿੱਤੀਆਂ, ਤੇ ਗੁਰੂ ਸਾਹਿਬ ਜੀ ਦੇ ਦਰ ਦੇ ਵਿੱਚ ਘੁੰਗਣੀਆਂ ਵੇਚਣ ਤੋਂ ਬਾਅਦ ਸੇਵਾ ਕਰਦੇ ਹਨ, ਟੋਕਰੀ ਢੋਂਦੇ ਹਨ ਮਿੱਟੀ ਦੀ। ਸੇਵਾ ਕਰਦਿਆਂ ਕਰਦਿਆਂ ਗੋਇੰਦਵਾਲ ਸਾਹਿਬ ਵੀ ਗੁਰੂ ਸਾਹਿਬ ਜੀ ਦੇ ਨਾਲ ਹੀ ਪਹੁੰਚ ਗਏ ਹਨ, ਤੇ ਉੱਥੇ ਵੀ ਸੇਵਾ ਕੀਤੀ ਹੈ, ਉੱਥੇ ਵੀ ਸੇਵਾ ਲਗਾਤਾਰ ਕੀਤੀ ਹੈ। 17 ਸਾਲ ਦੀ ਉਮਰ ਹੋਈ ਤੇ ਇੱਧਰੋਂ ਮਾਤਾ ਨਿਹਾਲ ਕੌਰ ਜੀ ਗੁਰੂ ਅਮਰਦਾਸ ਜੀ ਦੇ ਮਹਿਲ ਧਰਮ ਸੁਪਤਨੀ ਗੁਰੂ ਅਮਰਦਾਸ ਜੀ ਦੇ ਕੋਲ ਆਉਂਦੇ ਹਨ ਕਿ ਬੇਟੀ ਇਹਨਾਂ ਦੇ ਘਰ ਦੇ ਵਿੱਚ ਜਵਾਨ ਹੈ, ਬੀਬੀ ਭਾਨੀ ਜੀ, ਉਹਨਾਂ ਦਾ ਰਿਸ਼ਤਾ ਕਰਨਾ ਹੈ। ਜਦੋਂ ਛੋਟੀ ਉਮਰ ਦੇ ਵਿੱਚ ਹੀ ਪਹਿਲੇ ਸਮੇਂ ਦੇ ਵਿੱਚ ਵਿਆਹ ਕਾਰਜ, ਆਨੰਦ ਕਾਰਜ ਕਰ ਦਿੱਤੇ ਜਾਂਦੇ ਸਨ। ਤੇ ਮਾਤਾ ਪੁੱਛਦੀ ਹੈ ਆ ਕੇ ਗੁਰੂ ਅਮਰਦਾਸ ਜੀ ਨੂੰ ਕਿ ਬੀਬੀ ਭਾਨੀ ਜੀ ਦਾ ਰਿਸ਼ਤਾ ਕਰਨਾ ਹੈ, ਕੋਈ ਯੋਗ ਵਰ ਚਾਹੀਦਾ ਹੈ। ਤੇ ਗੁਰੂ ਅਮਰਦਾਸ ਜੀ ਪੁੱਛਦੇ ਹਨ ਕਿ ਕਿਹੋ ਜਿਹਾ ਮੁੰਡਾ ਆਪ ਜੀ ਨੂੰ ਚਾਹੀਦਾ ਹੈ, ਕਿਹੋ ਜਿਹਾ ਵਰ ਚਾਹੀਦਾ ਹੈ ਆਪਣੀ ਪੁੱਤਰੀ ਵਾਸਤੇ। ਤਾਂ ਮਾਤਾ ਨਿਹਾਲ ਕੌਰ ਜੀ ਬਾਬਾ ਜੇਠਾ ਜੀ ਲੰਘ ਰਹੇ ਹਨ, ਟੋਕਰੀ ਢੋ ਕੇ ਆਏ ਹਨ, ਤੇ ਫਿਰ ਹੋਰ ਭਰਨ ਜਾ ਰਹੇ ਹਨ ਸੇਵਾ ਦੇ ਲਈ। ਮਿੱਟੀ ਕੱਢੀ ਜਾ ਰਹੀ ਹੈ ਗੋਇੰਦਵਾਲ ਸਾਹਿਬ ਦੇ ਵਿੱਚ, ਜੋ ਬੋਲੀ ਤਿਆਰ ਹੋ ਰਹੀ ਹੈ, ਹੋਰ ਸੇਵਾਵਾਂ ਚੱਲ ਰਹੀਆਂ ਹਨ। ਤੇ ਹੁਣ ਜਦੋਂ ਪੁੱਛਿਆ ਤੇ ਮਾਤਾ ਨਿਹਾਲ ਕੌਰ ਜੀ ਦਾ ਧਿਆਨ ਬਾਬਾ ਜੇਠਾ ਜੀ ਵੱਲ ਗਿਆ ਤੇ ਆਖਿਆ ਕਿ ਇਹੋ ਜਿਹਾ ਲੜਕਾ, ਇਹੋ ਜਿਹਾ ਵਰ ਚਾਹੀਦਾ ਹੈ ਆਪਣੀ ਬੱਚੀ ਵਾਸਤੇ। ਤੇ ਗੁਰੂ ਅਮਰਦਾਸ ਜੀ ਆਖਦੇ ਹਨ ਕਿ ਇਹੋ ਜਿਹਾ ਤਾਂ ਇਹੀ ਹੈ, ਇਹਦੇ ਵਰਗਾ ਕੋਈ ਹੋਰ ਲੜਕਾ ਨਹੀਂ। ਅਸੀਂ ਕਹਿੰਦੇ ਹਾਂ ਕਿ ਲੱਖਾਂ 'ਚੋਂ ਇੱਕ ਹੈ, ਹਜ਼ਾਰਾਂ 'ਚੋਂ ਇੱਕ ਹੈ, ਉਹ ਤਾਂ ਇੱਕੋ ਹੀ ਸੀ। ਲੱਖਾਂ ਹਜ਼ਾਰਾਂ ਦੀ ਗਿਣਤੀ ਛੱਡ ਦਈਏ, ਸਾਰਿਆਂ 'ਚ ਇੱਕ ਸੀ ਜਿੰਨੇ ਵੀ ਹੋਣਗੇ। ਕਹਿੰਦੇ ਇਹਨਾਂ ਵਰਗਾ ਕੋਈ ਨਹੀਂ, ਇਹਨਾਂ ਵਰਗਾ ਤਾਂ ਇਹੀ ਹੈ। ਕਹਿੰਦੇ ਫਿਰ ਇਹੀ ਚੁਣ ਲੈਂਦੇ ਹਾਂ। ਤੇ ਜਦੋਂ ਚੁਣਿਆ ਗਿਆ ਤੇ ਫਿਰ ਮਾਤਾ ਜੀ ਆਖਦੇ ਹਨ ਕਿ ਪੁੱਛਿਆ ਜਾਂਦਾ ਹੈ, ਜਦੋਂ ਕੋਈ ਲੜਕਾ ਦੇਖਦੇ ਹਾਂ ਕਿ ਉਹਦੀ ਕੁੱਲ ਕੀ ਹੈ, ਉਹਦੇ ਮਾਤਾ ਪਿਤਾ ਕੌਣ ਹਨ, ਕਮਾਈ ਕੀ ਕਰਦਾ ਹੈ, ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ। ਗੁਰੂ ਰਾਮਦਾਸ ਜੀ ਨੇ ਆਪਣੀ ਬੇਟੀ ਦਾ ਰਿਸ਼ਤਾ, ਬੀਬੀ ਭਾਨੀ ਦਾ ਰਿਸ਼ਤਾ ਗੁਰੂ ਰਾਮਦਾਸ ਜੀ ਨੇ ਕੀਤਾ ਹੈ ਤੇ ਆਪਣਾ ਪੁੱਤਰ ਜਵਾਈ ਬਣਾਇਆ ਹੈ ਘਰ ਦੇ ਵਿੱਚ। ਤੇ ਉੱਧਰੋਂ ਫਿਰ ਹੁਣ ਜਦੋਂ ਜੋ ਦਾਦਕੇ ਸੰਭਾਲ ਨਹੀਂ ਸਨ ਕਰਦੇ, ਚਾਚਾ ਤਾਏ ਸਨ ਘਰ ਦੇ ਵਿੱਚ, ਜਿਨ੍ਹਾਂ ਨੇ ਨਹੀਂ ਸੀ ਸੰਭਾਲਿਆ, ਨਾਨੀ ਮਾਂ ਲਿਆਏ ਸਨ, ਤਾਂ ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਭਾਈ ਜੇਠਾ ਸਾਡਾ ਗੁਰੂ ਘਰ ਦਾ ਜਵਾਈ ਬਣ ਗਿਆ ਹੈ ਤੇ ਹੱਕ ਜਮਾਉਣ ਦੇ ਲਈ ਆਉਂਦੇ ਹਨ ਕਿ ਹੁਣ ਟੋਰ ਦੇ ਨਾਲ ਜਾਵਾਂਗੇ, ਕਹਾਂਗੇ ਕਿ ਸਾਡਾ ਪੁੱਤਰ ਹੈ, ਸਾਡੇ ਘਰ ਦਾ ਮੁੰਡਾ ਹੈ ਤੇ ਜਵਾਈ ਬਣਿਆ ਹੈ ਗੁਰੂ ਘਰ ਦਾ। ਤੇ ਆਉਂਦੇ ਹਨ, ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕਦੇ ਹਨ ਤੇ ਦੇਖਦੇ ਹਨ ਕਿ ਭਾਈ ਜੇਠਾ ਜੀ ਸੇਵਾ ਕਰ ਰਹੇ ਹਨ, ਤੇ ਗੁਰੂ ਅਮਰਦਾਸ ਜੀ ਨੂੰ ਫਿਰ ਲੰਬਾ ਦੇਣ ਆਉਂਦੇ ਹਨ ਕਿ ਤੁਹਾਡੇ ਘਰ ਦਾ ਜਵਾਈ ਹੈ ਤੇ ਤੁਸੀਂ ਇਹਨਾਂ ਨੂੰ ਟੋਕਰੀ ਢੋਣ ਤੇ ਲਾਇਆ ਹੋਇਆ ਹੈ। ਲੋਕੀ ਜਵਾਈਆਂ ਦਾ ਇੰਨਾ ਸਤਿਕਾਰ ਕਰਦੇ ਹਨ, ਇੱਜ਼ਤ ਦੇ ਨਾਲ ਬਿਠਾਉਂਦੇ ਹਨ। ਤੇ ਜਦੋਂ ਬਾਬਾ ਜੇਠਾ ਜੀ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤੇ ਉਹ ਸ਼ਰਮਿੰਦਾ ਹੁੰਦੇ ਹਨ, ਮਾਫੀ ਮੰਗਦੇ ਹਨ ਗੁਰੂ ਸਾਹਿਬ ਜੀ ਨੂੰ, ਗੁਰੂ ਸਾਹਿਬ ਜੀ ਕੋਲੋਂ, ਕਿ ਉਹਨਾਂ ਦੀ ਭੁੱਲ ਹੈ, ਸਾਡੇ ਬਜ਼ੁਰਗਾਂ ਦੀ, ਸਾਡੇ ਘਰ ਵਾਲਿਆਂ ਦੀ। ਸੋ ਸਮਾਂ ਆਉਣ ਤੇ ਘਰ ਦੇ ਵਿੱਚ 3 ਪੁੱਤਰ ਹੁੰਦੇ ਹਨ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ।
ਤੇ इधर जो गुरता गद्दी का समा है, असीं गुरता गद्दी की गल करनी है कि 1534 ईस्वी के जप का प्रकाश है। तो घर के हुण जो गुरु अमरदास जी ने ज्योति जोत समाना है, तो ज्योति जोत समाउण तो पहला ही गुरता गद्दी दे दिया करते सन। गुरु साहबान के विच यह रीत चली आई है कि अपने तो पहला गुरता गद्दी के लायक योग सेवक लभ के ते उसनूं गुरता गद्दी दे देनी, तो बाद ज्योति जोत समाना। तो हुण गुरु अमरदास जी ने अपना ज्योति जोत समाउण का समा नेड़े आया जाणिया ते सोचिया कि गुरु नानक साहब जी ने अपने सेवक नूं, योग सेवक नूं गुरता गद्दी दित्ती है। धीआं पुत्रां नूं जरूरी नहीं समझिया कि घर दे विच पुत्रां दी परख कीती जावे कि पुत्र चंगे हन वड्डे नूं देनी है, नहीं, इदां दी गल नहीं। कि जो लायक होवे उसे नूं तख्त बह तख्त की लायक। तो हुण बाबा जेठा जी नूं तां पहलां ही चाहुंदे सन देणी, पता सी कि इन्हां दे हत्थ ही ये जोत आनी है, इहो ही लायक हन। पर दुनिया दे विच विरोध ना होवे। घर दे विच दो जवाई हन, बीबी अनूपी जी हन, उन्हां दी भी शादी हो गई है गुरु अमरदास जी की पुत्री, उन्हां दे पति हन बाबा रामा जी। ते हुण सोचते हैं कि पुत्रां नूं नहीं देनी, तो जवाइयां दे विच इह ना हो जाए कि किधरे दूजा जवाई आखे कि उस जवाई नूं दे दित्ती। मैं भी बहुत सेवा करता हाँ, वो भी सेवा करते सन, परवाह नहीं सी करते कि मैं जवाई हाँ। बाबा रामा जी की भी सेवा काफ़ी है। तो हुण गुरु अमरदास जी ने परखण दे लई ते निर्णय करन दे लई कि बाद दे विच कोई ये ना कहे कि किहड़ी गल सही है। गुरु साहब जी ने ना इंसाफी कर दी, फर्क करते हैं। इस दे लई गुरु साहब जी ने दोनों जवाइयां नूं अपने कोल बुलाया। बाबा रामा जी ने आख्या कि मैनूं एक थड़ा चाहिए है, सुंदर थड़ा बैठण दे लई। ते बाबा जेठा जी ने भी आख्या कि दोने जने थड़े तैयार करवाओ। तो हुण थड़े तैयार करवाउण दे लई आख्या जदों, ते दोनों जने ने आख्या कि 7 वजन। बाबा जेठा जी भी सवेर वेले लग गए, तो बाबा रामा जी भी। हुण एक दिन सारा पूरा दिन लग गया थड़ा बनाउण ते। इट्टां लिआउंदे हन, गारा लिआउंदे हन, जोड़ते हन, चिणदे हन, चंगी तरह सोहना थड़ा तैयार करते हैं। दोनों जने थड़ा बना रहे हैं। शाम को जो थड़ा तैयार होया, गुरु अमरदास जी आए, थड़ा चैक करते हैं तो दोनों थड़े देखे तो गुरु अमरदास जी आखते हैं कि सोहने नहीं बने, दोनों ही सही नहीं बने। तो हुण दोनों जने की करते हैं, थड़े ढा देते हैं तो अगले दिन सवेरे नवें सिरों थड़ा बनाते हैं। फिर नवें सिरों थड़े बनने शुरू होते हैं, फिर इट्टां ढाउंदे हैं, फिर गारा आदिक बना के मिट्टी तो तैयार करके होर समान चाहिए है। तो सारा दिन लगे रहते हैं। तो शाम होंदी है, थड़ा जो थड़े चैक किए जाते हैं, गुरु अमरदास जी आते हैं तो आखते हैं थड़े सोहने नहीं बने, सही नहीं बने। तो हुण गुरु रामदास जी बाबा जेठा जी आखते हैं कुछ भी बचन नहीं करते। तो बाबा रामा जी आखते हैं कि थड़ा तो बहुत सोहना बनया है, तो तुहानूं शायद पसंद नहीं, चलो फिर कोशिश करते हाँ। तीजे दिन जो थड़ा बनाया जाता है तो शाम होंदी है, तो हुण गुरु अमरदास जी फिर आखते हैं कि थड़े पसंद नहीं आए, सोहने नहीं बने, सही नहीं बने। तो हुण इधरों बाबा जेठा जी आखते हैं कि मेरी मत इन्नी नहीं, तुसीं दस के जाते हो कि इस तरीके दे नाल बनाउणा है, इवें बनाउणा है, इंज करना है, इन्नी लंबाई चौड़ाई रखनी है, इदां बनाउणा है, इन्ना पानी पाउणा है। तुसीं मैनूं हदायतां दिंदे हो तो मैं भुल जाता हाँ। तो बाबा रामा जी कहते हैं कि जिवें तुसीं आख्या से मैं बिल्कुल उवें बनाया है, मैं कोई कमी नहीं रहन देती। मैं तो तीनों दिन ही वधिया थड़ा बनाया है, तो अज तो पूरी कसर कट दी, सारा कुछ कर दिता, कोई भी कमी नहीं। शायद तुसीं बजुर्ग हो गए हो, तुहानूं समझ नहीं, तुसीं भुल गए हो, तुसीं जिवें दस्सिया सी असीं उवें बनाया है। हुण बाबा रामा जी के यही वचन सन। तो गुरु रामदास जी महाराज बाबा जेठा जी के वचन सन कि मैनूं अकल नहीं, मैं भुल जाता हाँ, तुसीं दसदे हो तो मैं भुल जाता हाँ, उवें नहीं बना पाउंदा। जिवें किते गुरु नानक देव जी ने बाबा जेठा जी ने पूछया सी, मुट्ठी बंद करके पहला पूछा पुत्रां नूं, बाबा बुढ़ा जी ने भी पूछया, होर सिखां नूं पूछया कि मेरी मुट्ठी दे विच की है। सामने एक टका बंद किया सी चक के मुट्ठी दे विच, ते पुत्रां ने आख्या कि हुणे तो तुसीं चक्किया साडे सामने टका, ते टका ही बंद किया ना मुट्ठी दे विच, होर की है।
ਤੇ ਬਾਬਾ ਲਹਿਣਾ ਜੀ ਨੂੰ ਪੁੱਛਿਆ ਜਦੋਂ, ਤੇ ਆਖਦੇ ਹਨ ਕਿ ਤੁਹਾਡੀ ਮੁੱਠੀ ਦੇ ਵਿੱਚ ਸਾਰੀਆਂ ਬਰਕਤਾਂ ਹਨ, ਸਭ ਕੁਝ ਹੈ ਤੁਹਾਡੀ ਮੁੱਠੀ ਦੇ ਵਿੱਚ। ਇੱਦਾਂ ਦੇ ਬਚਨ ਨਿਮਰਤਾ ਵਾਲੇ ਕਿ ਗੁਰੂ ਸਾਹਿਬ ਜੀ ਤੁਹਾਡੇ ਹੱਥ ਦੇ ਵਿੱਚ ਸਭ ਕੁਝ ਹੈ, ਸਰਬ ਕਲਾ ਸਮਰੱਥ ਹੋ ਤੁਸੀਂ। ਸਾਹਿਬ ਮੇਰਾ ਸਰਬ ਕਲਾ ਸਮਰੱਥ, ਤੁਸੀਂ ਸਰਬ ਕਲਾ ਸਮਰੱਥ ਹੋ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੰਡੋਤ ਬੰਦਨ ਅਨਿਕਵਾਰ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਸਰਬ ਕਲਾ ਸਮਰੱਥ, ਕਿ ਉਸੇ ਨੂੰ ਸਾਡੇ ਡੰਡੋਤ ਬੰਦਨ ਨਮਸਕਾਰ ਬਣਦੀ ਹੈ ਜੋ ਸਰਬ ਕਲਾ ਸਮਰੱਥ ਹੈ। ਉਹੀ ਸਾਨੂੰ ਡੋਲਣ ਤੋਂ, ਸੰਸਾਰ ਦੇ ਵਿੱਚ ਡੋਲਣ ਤੋਂ ਬਚਾ ਸਕਦਾ ਹੈ, ਮਾਇਆ ਦੇ ਵਿੱਚ ਭਟਕਣ ਤੋਂ ਬਚਾ ਸਕਦਾ ਹੈ। ਸੋ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਜਦੋਂ ਇਹ ਬਚਨ ਕੀਤੇ ਤੇ ਫਿਰ ਕੀ ਹੋਇਆ ਕਿ ਉਸ ਦਿਨ ਵੀ ਬਾਬਾ ਰਾਮਾ ਜੀ ਨੇ ਜਿਹੜਾ ਥੜਾ ਸੀ ਆਪਣਾ ਨਹੀਂ ਢਾਇਆ, ਗੁਰੂ ਰਾਮਦਾਸ ਜੀ ਜਿਹੜਾ ਢਾਉਣ ਲੱਗੇ ਸਨ ਤੇ ਗੁਰੂ ਅਮਰਦਾਸ ਜੀ ਨੇ ਆਖਿਆ ਕਿ ਤੁਸੀਂ ਆਪਣਾ ਅਜਿਹਾ ਇਹ ਪੱਕਾ ਥੜਾ ਬਣਾ ਲਿਆ ਹੈ ਕਿ ਹੁਣ ਇਹ ਥੜਾ ਜੋ ਹੈ ਜੁਗੋ ਜੁਗ ਅਟਲ ਰਹੇਗਾ। ਤੁਸੀਂ ਆਪਣੇ ਹਿਰਦੇ ਦੇ ਵਿੱਚ ਆਪਣੇ ਗੁਰੂ ਦੇ ਲਈ ਥੜਾ ਬਣਾਇਆ ਹੈ। ਹਿਰਦੇ ਦੇ ਵਿੱਚੋਂ ਥੜਾ ਜਗ੍ਹਾ ਜੋ ਬੈਠਣ ਲਈ ਚਾਹੀਦੀ ਸੀ ਉਹ ਹਿਰਦੇ ਦੇ ਵਿੱਚ ਪੱਕੀ ਕਰਨੀ ਸੀ ਗੁਰੂ ਸਾਹਿਬ ਜੀ ਨੇ। ਬਾਹਰਲੇ ਥੜਿਆਂ ਦੀ ਕੀ ਹੈ, ਇਹ ਤਾਂ ਬਣਦੇ ਢਹਿੰਦੇ ਰਹਿੰਦੇ ਹਨ। ਅੰਦਰ ਗੁਰੂ ਸਾਹਿਬ ਜੀ ਨੇ ਜੋ ਅੰਗਦ ਤੋਂ ਅੰਗ ਕਰਕੇ ਗੁਰੂ ਸਾਹਿਬ ਜੀ ਨੇ ਅੰਗਦ ਬਣਾਇਆ ਸੀਗਾ ਆਪਣੇ ਅੰਗ ਨਾਲ ਲਗਾ ਕੇ ਭਾਈ ਲਹਿਣਾ ਜੀ ਨੂੰ, ਉਹ ਰੂਪ ਅੱਜ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਰਾਮਦਾਸ, ਰੱਬ ਦੇ ਦਾਸਾਂ ਦਾ ਸੇਵਕ ਬਣਾ ਦਿੱਤਾ ਹੈ, ਰਾਮਦਾਸ ਨਾਮ ਰੱਖਿਆ ਹੈ। ਸੋ ਗੁਰੂ ਅਮਰਦਾਸ ਜੀ ਨੇ ਅੱਜ ਦੇ ਦਿਨ ਗੁਰਤਾ ਗੱਦੀ ਦਿੱਤੀ ਹੈ ਤੇ ਉਸ ਤੋਂ 2 ਦਿਨ ਬਾਅਦ 3 ਅੱਸੂ ਨੂੰ ਗੁਰਤਾ ਗੱਦੀ ਦਿੱਤੀ ਹੈ। 3 ਅੱਸੂ ਤੋਂ ਬਾਅਦ 5 ਅੱਸੂ ਨੂੰ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਏ ਹਨ। ਮਨਸਾ ਮਾਰ ਦੁਬਿਧਾ ਸਹਿਜ ਸਮਾਣੀ, ਪਾਇਆ ਨਾਮ ਅਪਾਰਾ। ਜੋ ਸਤਿਗੁਰ ਦਾਤਾ ਮੇਲ ਮਿਲਾ, ਉਹ ਸਤਿਗੁਰ ਦਾਤੇ ਨਾਲ ਮੇਲ ਹੋ ਗਿਆ ਸੀ ਗੁਰੂ ਰਾਮਦਾਸ ਜੀ ਦਾ। ਤੇ ਫਿਰ ਕੀ ਹੈ, ਹਰ ਨਾਮ ਦੇਵੋ, ਨਾਮ ਦੀ ਦਾਤ ਇਹ ਜੀ ਆਸਰਾ ਦਿੱਤਾ ਸੀ ਦੇਵੋ ਆਧਾਰੇ ਕਿ ਮਨਸਾ ਮਾਰ। ਹੁਣ ਮਨਸਾ, ਆਪਣੀ ਮਨਸਾ ਕੋਈ ਨਹੀਂ ਸੀ ਰਹੀ ਕਿ ਅਸੀਂ ਮਨ ਦੀਆਂ ਆਸਾਵਾਂ ਲੈ ਕੇ ਜਿਉਂਦੇ ਹਾਂ। ਦੁਬਿਧਾ, ਹੁਣ ਦੁਬਿਧਾ ਕਿ ਮੈਂ ਥੜਾ ਸੋਹਣਾ ਬਣਾਇਆ ਹੈ ਸ਼ਾਇਦ ਪਸੰਦ ਨਹੀਂ, ਇਹ ਦੁਬਿਧਾ ਹੁੰਦੀ ਹੈ। ਤੇ ਇੱਕ ਹੋ ਜਾਣਾ ਕਿ ਗੁਰੂ ਨੂੰ ਪਸੰਦ ਨਹੀਂ ਆਇਆ ਦਾ ਮਤਲਬ ਸਹੀ ਨਹੀਂ ਬਣਿਆ, ਇੱਕੋ ਹੀ ਗੱਲ ਹੈ। ਇੱਕ ਦੇ ਵਿੱਚ ਰਹਿਣਾ, ਇੱਕ ਗੱਲ ਨੂੰ ਸਵੀਕਾਰ ਕਰ ਲੈਣਾ, ਸਹਿਜ ਦੇ ਵਿੱਚ ਸਮਾ ਜਾਣਾ, ਸਹਿਜ ਸਮਾਣੀ। ਦੁਬਿਧਾ ਅਡੋਲਤਾ ਦੇ ਵਿੱਚ, ਟਿਕਾਓ ਦੇ ਵਿੱਚ ਸਮਾ ਗਈ, ਕਿਉਂਕਿ ਪਾਇਆ ਨਾਮ ਆਧਾਰਾ। ਹਰ ਰਸ ਚਾਖ ਮਨ ਨਿਰਮਲ ਹੋਆ। ਹਰਿ ਦੇ ਨਾਮ ਦਾ ਰਸ ਜੋ ਗੁਰੂ ਰਾਮਦਾਸ ਜੀ ਨੇ ਚਖਿਆ ਹੈ, ਗੁਰੂ ਅਮਰਦਾਸ ਜੀ ਬਚਨ ਖਾ ਰਹੇ ਹਨ ਕਿ ਨਿਰਮਲ ਹੋਆ। ਕਹਿੰਦੇ ਇਹੋ ਜਿਹਾ ਦਾ ਮਨ ਕਹਿੰਦੇ ਨਾਮ ਨੂੰ ਚੱਕ ਕੇ ਨਿਰਮਲ ਹੋ ਜਾਂਦਾ ਹੈ। ਕਿਲ ਵਿਖ ਕਾਟਣ ਹਾਰਾ। ਸਤਿਗੁਰੂ ਦਾ ਨਾਮ ਜੋ ਹੈ ਇਹ ਪਾਪਾਂ ਨੂੰ ਕੱਟਣ ਵਾਲਾ ਹੈ। ਸ਼ਬਦ ਮਰੋ, ਜਿਹੜਾ ਮਨੁੱਖ ਕਹਿੰਦੇ ਸ਼ਬਦ ਦੁਆਰਾ, ਗੁਰੂ ਦੇ ਸ਼ਬਦ ਦੁਆਰਾ ਆਪਣੇ ਆਪ ਨੂੰ ਮਾਰ ਲੈਂਦਾ ਹੈ, ਮਨ ਨੂੰ ਮਾਰ ਲੈਂਦਾ ਹੈ। ਮਨ ਨੂੰ ਮਾਰਨਾ ਬੜਾ ਔਖਾ ਹੈ। ਮਨ ਜੀਤਾ ਜਗ ਜੀਤ ਹੋਣਾ ਪੈਂਦਾ ਹੈ। ਮਨ ਨੂੰ ਜਿੱਤ ਲੈਣਾ, ਮਨ ਦੀਆਂ ਇੱਛਾਵਾਂ ਨੂੰ ਖਤਮ ਕਰ ਲੈਣਾ। ਮਨਸਾ ਮਾਰ ਦੁਬਿਧਾ ਸਹਿਜ ਸਮਾਣੀ। ਹੁਣ ਸ਼ਬਦ ਮਰੋ ਫਿਰ ਜੀਵੋ ਸਦਹੀ। ਜਦੋਂ ਮਨੁੱਖ ਸ਼ਬਦ ਦੇ ਦੁਆਰਾ ਮਰ ਗਿਆ, ਆਪਣਾ ਮਨ ਗੁਰੂ ਨੂੰ ਭੇਟ ਕਰ ਦਿੱਤਾ ਕਿ ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਹੁਣ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਕਟੈ, ਕਿ ਹੁਣ ਮੇਰੀ ਪ੍ਰੀਤ ਨਹੀਂ ਉਹ ਕੱਟ ਸਕਦੀ, ਹਰਗਿਜ਼ ਨਹੀਂ ਕੱਟ ਸਕਦੀ। ਮੈਂ ਤਾਂ ਇਹ ਮਹਿੰਗੇ ਮੁੱਲ ਲਈ ਹੈ। ਆਪਣਾ ਮਨ ਨਹੀਂ ਦੇ ਦਿੱਤਾ ਕਿ ਹੁਣ ਮਨ ਦੀ ਇੱਛਾ। ਹੁਣ ਆਪ ਜੀ ਨੇ ਰਾਜੇ ਜਨਕ ਦੀ ਸਾਖੀ ਸੁਣੀ ਹੋਵੇਗੀ ਕਿ ਜਨਕ ਨੂੰ ਘੋੜੇ ਦੇ ਉੱਤੇ ਬੈਠਣ ਲੱਗਿਆ ਹੀ, ਜਦੋਂ ਘੋੜੇ ਦੇ ਉੱਤੇ ਚੜ੍ਹਨ ਲੱਗਿਆ ਤੇ ਹੁਣ ਉਹਨੇ ਕਿਹਾ ਸੀ ਕਿ ਮੈਂ ਮਨ ਤੁਹਾਨੂੰ ਦਿੱਤਾ ਹੈ। ਤੇ ਹੁਣ ਜਦੋਂ ਘੋੜੇ ਤੇ ਚੜ੍ਹਨ ਲੱਗਿਆ, ਰਕਾਬ ਦੇ ਵਿੱਚ ਪੈਰ ਪਾਉਣ ਲੱਗਿਆ ਤੇ ਆਖਿਆ ਕਿ ਤੂੰ ਨਹੀਂ ਪੈਰ ਪਾਉਣਾ। ਅਸ਼ਟਾਵਕਰ ਰਿਸ਼ੀ ਸੀ ਸ਼ਾਇਦ ਉਸ ਰਿਸ਼ੀ ਦਾ ਨਾਮ। ਤੇ ਉਸਨੇ ਕਿਹਾ ਕਿ ਘੋੜੇ ਦੇ ਵਿੱਚ ਪੈਰ ਨਹੀਂ ਪਾਉਣਾ। ਰਾਜਾ ਕਹਿੰਦਾ ਕੀ ਗੱਲ? ਤੇ ਕਹਿੰਦਾ ਤੂੰ ਮਨ ਤਾਂ ਮੈਨੂੰ ਦੇ ਦਿੱਤਾ, ਹੁਣ ਮੇਰੀ ਮਰਜ਼ੀ ਅਨੁਸਾਰ ਹੀ ਤੈਨੂੰ ਚੱਲਣਾ ਪਵੇਗਾ। ਅਸੀਂ ਗੁਰੂ ਦੀ ਮਰਜ਼ੀ ਅਨੁਸਾਰ ਚੱਲਣਾ ਹੈ, ਗੁਰੂ ਦੇ ਹੁਕਮ ਅਨੁਸਾਰ। ਕਿ ਜੇ ਮਨ ਦੇ ਦਿੱਤਾ, ਮੱਥਾ ਟੇਕ ਹੀ ਦਿੱਤਾ, ਫਿਰ ਚੱਕ ਕੇ ਘਰੇ ਲੈ ਗਏ। ਮਨ ਨਹੀਂ ਦਿੱਤਾ ਹੋਇਆ ਨਾ, ਮਨ ਦਿੱਤਾ ਹੋਵੇ ਤੇ ਮੱਥਾ ਟੇਕਿਆ ਹੀ ਰਹਿ ਜਾਵੇ। ਤੇ ਮੱਤ ਜਿਹੜੀ ਅੰਦਰ ਹੈ ਉਹ ਮੱਥੇ ਦੇ ਅੰਦਰ ਇੱਥੇ ਮੰਨੀ ਜਾਂਦੀ ਹੈ। ਸਾਡੇ 10ਵੇਂ ਦੁਆਰ ਦੇ ਵਿੱਚ ਗਗਨਦਮਾ ਵਾਜਿਓ ਪਰ ਉਹ ਨਿਸ਼ਾਨੇ ਘਾਓ। ਇੱਥੇ ਸਾਡੇ ਘਾਓ ਸੱਟ ਹਾਲੇ ਲੱਗੀ ਨਹੀਂ। ਨਿਸ਼ਾਨੇ ਦੇ ਉੱਤੇ ਸੱਟ ਜਦੋਂ ਤੱਕ ਨਹੀਂ ਲੱਗਦੀ ਨਾ, ਉਨੀ ਦੇਰ ਫਿਰ ਅਸੀਂ ਨਹੀਂ ਕਹਿ ਸਕਦੇ ਕਿ ਸਾਡਾ ਜੋ ਮਰਨ ਹੈ ਇਹ ਹੋ ਗਿਆ। ਸਾਡਾ ਮਰਨ ਅਸੀਂ ਜਿਉਂਦੇ ਜੀ ਮਰਨਾ ਹੈ ਤੇ ਫਿਰ ਸਦਾ ਚਿਰੰਜੀਵੀ ਹੋ ਜਾਣਾ ਹੈ।
शब्द मरो फिर जीवो सद ही। जिहड़े शब्द द्वारा मर गए अज भी जिउंदे हन, जिन्हां ने गुरु के हुक्म दे नाल अपने आप नूं मार लिया, अपने मन के उत्ते कब्जा कर लिया, मन दियां आसावां दे उत्ते कब्जा कर लिया कि मन कहता है ये काम करना है, उधरों बच के नहीं गुरु की गल मननी है, गुरु के पासे जिउना है, मन के पासे मरना है, मन नूं मारना है, गुरु वाले पासे अपने आप नूं जिउंदा करना है, तां फिर जीवो सद ही। हुण सारे गुरसिख जिउंदे हन, बाबा लैणा जी जिउंदे हो गए, भाई मनी सिंह जी अज भी जिउंदे हन, बाबा दीप सिंह जी अज भी जिउंदे हन। जिहड़े गुरसिखां दी असीं कथा कहाणियां पाउंदे हां सारे जिउंदे ही तां हन, जिउंदियां दियां ही तां उदाहरणां दित्तियां जांदियां हन। जिहड़े आत्मिक मोती मर गए उन्हां नूं भुल जांदा है समां। कबीर जी नूं एक बार गुरु गोबिंद सिंह जी ने पूछा, गुरु गोबिंद सिंह जी ने संगतां नूं पूछा कि भगत कबीर जी जदों होए हैं आप जी नूं पता है किसी को कि उस समय किस राजे का राज सी? सिख संगतां दे विचों सारिਆਂ ने यह जवाब दिता कि भगत कबीर जी के समय जिहड़ा राजा होया है, जिहड़ा बादशाह होया है मुगल बादशाह, कहते सानूं नहीं पता, किसी नूं नहीं सी याद। मरो तो हर के द्वार, जिहड़े हर के द्वार मर गए उन्होंने अज भी जिउंदे रखा जाता है, अज भी याद किया जाता है। सो गुरु गोबिंद सिंह जी ने आख्या कि कबीर जी नूं तुसीं अज भी याद करते हो। कबीर मोहे मरने का चाओ है, मरो तो हर के द्वार, मत हर पूछे कौन है, परा हमारे पार। सो भगत कबीर जी अज भी जिउंदे हन ते ओह राजा जो सी उस समय का बादशाह कहते उदों ही मर गया। कहते सो जो नाम जपदा है गुरु के शब्द की रब के हुक्म दे विच रहिंदा है, कहते फिर वो तां फिर मरण ना होए, कहते उन्हां दा मरना नहीं हुंदा, सदा ही जिउंदे हन। अमृत नाम सदा मन मीठा, शब्दे पावै कोई। कहते अमृतमय नाम लैके वो सदा ही अमृत हो जाते हैं, मृत्यु तो रहत हो जाते हैं। सानू अमृत की दात गुरु गोबिंद सिंह ने कृपा करके दी है, तो आप ही माता पिता बन बैठते हैं जिस दिन अमृत छकते हैं। तो गुरु गोबिंद सिंह जी ने मैं तुहाडा पिता हाँ, आओ तो सही, तुहानू तुहाडी माता माता साहिब कौर दिंदा हाँ जो सदा अमर है, खालसा भी तुहानू अमर बनाउंदा हाँ जो कदे नहीं मरेगा। सो असीं अमृत की दात दाते तो लैके पिता अपने पिता नूं बना लईए, गुरु गोबिंद सिंह नूं पिता दुनिया भी पितावां नूं छड्ड दईए, जिहड़े 4 दिन जेल दे विच ते फिर पता नहीं कितने उत्थे कहते कि असीं दाढ़ी रंगनी है, इसी इजाजत नहीं मिलती, जेल च बैठे उन्होंने जवान होकर रहना चाहते हैं। पर गुरमुख बुढ़े कदे नहीं, जिन्हां अंदर सुरत ज्ञान। गुरु अमरदास जी की कितनी उम्र है, कदे उन्होंने इदां दी अवस्था कदे इदां दी साखी असीं सुनी है। वो सदा ही जवान हैं, इन्नी उम्र के 70 साल तो उपर उम्र है 72 साल की, फिर भी गागर ढाउंदे हैं, सेवा करते हैं। किन्ने तगड़े होणगे, किन्ना बल ताकत होवेगा शरीर दे विच। असीं 25-30 साल की उम्र के 35-40 हद ही है, असीं घड़ा चक के नहीं आ सकते टूटी तो असीं कहिए गली के मोड़ पर चले जाइए, नहीं, किड्डी दूरों गुरु अमरदास जी घड़ा चक के लियाउंदे हैं गागर भर के पानी की। अमृत नाम सदा मन मीठा, अमृतमय नाम उन्होंने पीता है तो सदा ही जवान हैं। शब्दे पावे कोई, शब्द द्वारा कहते कोई विरला ही तो पाता है इस गल नूं, इस अमृतमय नाम नूं। दातै दात रखी हथ अपने, जिस भावै तिस देई। उस दाते ने गुरु अमरदास जी आख रहे हैं कि अपने हथे दात रखी हुई है कि जिहड़ा उन्होंने चंगा लगे कहते उसे नूं दिंदा है। ये थोड़ी है कि उन्होंने कोई चंगा नहीं लगता, सारे उसनूं चंगे लगते हैं। उसने अपना आप ये जो जोत पा के संसार रचिया है, तो कहते चेता ही तो चेत साहिब सच्चा सो धनी। कहते उसनूं तू चेत तो सही, चेत के की होवेगा नानक सतगुर सेव चढ़ बहुत मोहित भौजल पार पो। कहते तू इस दाते नाम के जहाज दे विच तू बैठ तो सही, इस दाते दे आखे ते लग, गुरु नूं अपना ते सही, गुरु की सिक्ख्या कमा ते सही। तेनों याद है कि तू गुरु की सिक्ख्या के उत्ते चलना है, तो कहते जो तू इस सिक्ख्या के उत्ते चल पवेगा तो बोहित के उत्ते चढ़ के, जहाज के उत्ते चढ़ के भवजल पार पो। कहते भौजल के विचों पार पै जा, कहते संसार सागर नूं तू तार लै, जिन्होंने कहते हैं कि संसार समुंदे तार गोविंदे तार ले बाप बीठला। कहते हे दाता जी तुसी आप ही तार लो। यह जो साधु संग है कहते इहदा दे विच आखिओ की हुंदा है कि अमृतमय नाम नूं मनुख चख लैंदा है, सही उभरे जगह विच जो सच्चा रखे।
ਕਹਿੰਦੇ ਉਹ ਉੱਭਰ ਜਾਂਦੇ ਹਨ ਜਿਨ੍ਹਾਂ ਨੂੰ ਸੱਚਾ ਆਪ ਰੱਖਦਾ ਹੈ। ਮੂੰਹ ਡਿੱਠਾ ਤਿੰਨ ਕਹਿ ਜੀਵਿਆ ਹਰ ਅੰਮ੍ਰਿਤ ਚਖੇ। ਕਹਿੰਦੇ ਉਹਨਾਂ ਦਾ ਮੂੰਹ ਦੇਖ ਕੇ, ਉਹਨਾਂ ਦੇ ਦਰਸ਼ਨ ਕਰਕੇ ਕਹਿੰਦੇ ਆਤਮਿਕ ਜੀਵਨ ਮਿਲਦਾ ਹੈ ਤੇ ਅੰਮ੍ਰਿਤਮਈ ਨਾਮ ਦੀ ਦਾਤ ਜੋ ਹੈ ਉਹ ਚੱਖਣ ਨੂੰ ਸਵਾਦ ਮਿਲ ਜਾਂਦਾ ਹੈ। ਤੇ ਕਹਿੰਦੇ ਫਿਰ ਕੀ ਹੁੰਦਾ ਹੈ, ਕਾਮ ਕ੍ਰੋਧ ਲੋਭ ਮੋਹ ਸੰਗ ਸਾਧਾਂ ਪਖੇ। ਕਹਿੰਦੇ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਆ ਕੇ ਇਹ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ, ਕਹਿੰਦੇ ਇਹ ਪੱਖੇ ਜਾਂਦੇ ਹਨ, ਛਕੇ ਜਾਂਦੇ ਹਨ, ਖਤਮ ਹੋ ਜਾਂਦੇ ਹਨ, ਖਾਧੇ ਜਾਂਦੇ ਹਨ, ਅੰਦਰੋਂ ਖਤਮ ਹੋ ਜਾਂਦੇ ਹਨ। ਗੁਰੂ ਰਾਮਦਾਸ ਜੀ ਦੇ ਬਾਰੇ ਭੱਟ ਸਲ ਜੀ ਦੇ ਬਚਨ ਹਨ, ਮੋਹ ਮਲ ਵਿਵਸ ਕੀਓ ਕਾਮ ਕਹਿ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿੰਘ ਝਾੜਿਓ, ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ। ਕਹਿੰਦੇ ਜਨਮ ਅਤੇ ਕਾਲ ਜੋ ਮੋਦ ਹੈ ਕਾਲ, ਕਹਿੰਦੇ ਜਨਮ ਅਤੇ ਮੌਤ ਕਹਿੰਦੇ ਤੁਹਾਡੇ ਅੱਗੇ ਹੱਥ ਜੋੜ ਕੇ ਖੜੇ ਹਨ। ਤੁਸੀਂ ਕਾਮ ਕ੍ਰੋਧ ਹੰਕਾਰ ਲੋਭ ਆਦਿਕ ਨੂੰ ਕੇਸਾਂ ਤੋਂ ਪਕੜ ਕੇ ਕਹਿੰਦੇ ਪਛਾੜ ਦਿੱਤਾ ਹੈ, ਚਲਾ ਕੇ ਮਾਰਿਆ ਹੈ, ਇਹਨਾਂ ਦਾ ਅਪਮਾਨ ਕੀਤਾ ਹੈ ਤੁਸੀਂ ਕ੍ਰੋਧ ਆਦਿਕ ਦਾ। ਸਾਗਰ ਬੰਧਿਓ ਸਿੱਖ ਤਾਰੇ ਸੋ ਪ੍ਰਸੰਨੇ, ਕਹਿੰਦੇ ਭਾਵ ਸਾਗਰ ਤਾਰਿਓ। ਇਹ ਦਾਤਾ ਜੀ ਤੁਸੀਂ ਸੰਸਾਰ ਸਾਗਰ ਦੇ ਵਿੱਚੋਂ ਤਾਰਨ ਹਾਰ ਹੋ ਤੇ ਆਪਣੇ ਗੁਰਸਿੱਖਾਂ ਨੂੰ ਤਾਰ ਕੇ ਪਰੇ ਕਰ ਦਿੰਦੇ ਹੋ। ਆਪ ਜੀ ਦੇ ਨਾਮ ਰੂਪੀ ਜਹਾਜ਼ ਤੇ ਜੋ ਬੈਠਦਾ ਹੈ ਉਸ ਨੂੰ ਤੁਸੀਂ ਤਾਰ ਦਿੰਦੇ ਹੋ। ਸਿਰ ਆਤਪਤ ਸੱਚੋ ਤਖਤ, ਕਹਿੰਦੇ ਤੁਹਾਡੇ ਸਿਰ ਦੇ ਉੱਤੇ ਗੁਰੂ ਰਾਮਦਾਸ ਜੀ ਸੱਚਾ ਚਵਰ ਜਿਹੜਾ ਤਖਤ ਹੈ, ਛਤਰ ਹੈ, ਉਹ ਝੂਲਦਾ ਹੈ। ਆਤਪਤ ਦਾ ਭਾਵ ਛਤਰ ਝੂਲਦਾ ਹੈ, ਛਤਰ ਛਾਇਆ ਹੈ ਆਪ ਜੀ ਦੇ ਸਿਰ ਦੇ ਉੱਤੇ ਅਕਾਲ ਪੁਰਖ ਦੀ। ਸਿਰ ਆਤਪਤ ਸੱਚੋ ਤਖਤ, ਤੁਹਾਡਾ ਤਖਤ ਸੱਚਾ ਹੈ। ਅਸੀਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਸਮਝਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਹੈ, ਪਰ ਉਹ ਤਖਤ ਤਾਂ ਸ਼ੁਰੂ ਤੋਂ ਹੈ, ਗੁਰੂ ਨਾਨਕ ਸਾਹਿਬ ਜੀ ਦੇ ਕੋਲ ਹੈ। ਇਹ ਦੁਨਿਆਵੀ ਤੌਰ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਾਇਆ ਹੈ, ਸਾਨੂੰ ਦਿੱਤਾ ਹੈ ਕਿ ਜੇ ਰਾਜ ਜੋ ਬਲ ਹੈ ਉਹ ਜਦੋਂ ਸਾਨੂੰ ਨੀਵਾਂ ਦਿਖਾਉਂਦਾ ਹੈ ਤਾਂ ਤਵੀ ਦੇ ਉੱਤੇ ਬਿਠਾਉਂਦਾ ਹੈ, ਅਤੇ ਫਿਰ ਸਾਨੂੰ ਬਾਹਰੀ ਤੌਰ 'ਤੇ ਜਿੱਥੇ ਪੀਰੀ ਦੇ ਨਾਲ ਮੀਰੀ ਦੀ ਲੋੜ ਪੈਂਦੀ ਹੈ ਉੱਥੇ ਤਖਤ ਦੀ ਲੋੜ ਵੀ ਪੈਂਦੀ ਹੈ। ਸੱਚੇ ਤਖਤ ਦੇ ਨਾਲ ਸਾਹਮਣੇ ਅਕਾਲ ਤਖਤ ਦੀ ਲੋੜ ਵੀ ਪੈਂਦੀ ਹੈ। ਦੁਨਿਆਵੀ ਤਖਤ ਦੇ ਸਾਹਮਣੇ ਉਸ ਤੋਂ ਉੱਚਾ ਬਣਾਇਆ ਹੈ, ਔਰੰਗਜ਼ੇਬ ਦੇ ਤਖਤ ਤੋਂ ਉੱਚਾ, ਸਮੇਂ ਦੇ ਬਾਦਸ਼ਾਹ ਜਹਾਂਗੀਰ ਦੇ ਤਖਤ ਤੋਂ ਉੱਚਾ ਬਣਾਇਆ ਹੈ। ਸੋ ਗੁਰੂ ਰਾਮਦਾਸ ਜੀ ਆਪਣੇ ਸਿੱਖਾਂ ਨੂੰ ਉਤਾਰਦੇ ਹਨ, ਉਹਨਾਂ ਦੇ ਸਿਰ ਦੇ ਉੱਤੇ ਸੋਹਣਾ ਛਤਰ ਝੂਲਦਾ ਹੈ, ਸੱਚਾ ਤਖਤ ਹੈ, ਉਹਨਾਂ ਦਾ ਬਲ ਬੜਾ ਹੀ ਕਹਿੰਦੇ ਤਾਕਤ ਵਾਲਾ ਹੈ, ਉਹਨਾਂ ਦੇ ਕੋਲ ਬੜਾ ਵੱਡਾ ਬਲ ਹੈ, ਸੰਯੁਕਤ ਬਲ ਹੈ। ਗੁਰੂ ਰਾਮਦਾਸ ਸੱਚ ਸਲ ਭਣ ਤੂੰ ਅਟਲ ਰਾਜ ਅਪੱਗ ਦਲ, ਕਹਿੰਦੇ ਤੁਹਾਡਾ ਰਾਜ ਅਟਲ ਹੈ, ਸਾਨੂੰ ਵੀ ਅਟਲ ਹੀ ਬਣਾਇਆ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸੋ ਭੱਟ ਸਲ ਜੀ ਨੇ ਆਖਿਆ ਹੈ ਕਿ ਤੁਸੀਂ ਸੱਚੇ ਪਾਤਸ਼ਾਹ ਜੀਓ ਸਦਾ ਕਾਇਮ ਰਹਿਣ ਵਾਲੇ ਹੋ, ਅਤੇ ਤੁਹਾਡਾ ਜੋ ਰਾਜ ਹੈ ਕਹਿੰਦੇ ਅਭੰਗ ਹੈ, ਕਹਿੰਦੇ ਤੁਹਾਡਾ ਰਾਜ ਕਦੇ ਵੀ ਖਤਮ ਨਹੀਂ ਹੋ ਸਕਦਾ, ਜੁਗੋ ਜੁਗ ਅਟਲ ਹੈ। ਕਹਿੰਦੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਹੁਣ ਗੁਰੂ ਅਮਰਦਾਸ ਜੀ ਮਹਾਰਾਜ ਜੋ ਹਨ ਉਹਨਾਂ ਨੇ ਆਪਣੀ ਜੋਤ ਤੁਹਾਡੇ ਵਿੱਚ ਪ੍ਰਗਟ ਕਰ ਦਿੱਤੀ ਹੈ। ਸੋ ਅੱਜ ਦੇ ਹੁਕਮ ਦੇ ਵਿੱਚ ਗੁਰੂ ਸਾਹਿਬ ਜੀ ਨੇ ਜੋ ਆਖਿਆ ਹੈ ਕਿ ਦਾਤ ਜੋਤ ਕਰਤੇ ਵਡਿਆਈ, ਕਿ ਪਰਮਾਤਮਾ ਜੀ ਦੇ ਹੱਥ ਹੈ ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਸਹੀ। ਕਹਿੰਦੇ ਉਹ ਨਾਮ ਦੇ ਵਿੱਚ ਰਤੇ ਜਾਂਦੇ ਹਨ ਤੇ ਸੁਖ ਪਾ ਲੈਂਦੇ ਹਨ, ਤੇ ਦਰਗਾਹ ਦੇ ਵਿੱਚ ਕਹਿੰਦੇ ਉਹ ਜਾਪੈ ਕਹਿੰਦੇ ਪ੍ਰਗਟ ਹੋ ਜਾਂਦੇ ਹਨ, ਸੰਸਾਰ ਦੇ ਵਿੱਚ ਪ੍ਰਸਿੱਧ ਹੋ ਜਾਂਦੇ ਹਨ। ਉਹਨਾਂ ਦਾ ਸਾਰੀ ਦੁਨੀਆ ਸਤਿਕਾਰ ਕਰਦੀ ਹੈ, ਸਮਾਜ ਦੇ ਵਿੱਚ ਬੜਾ ਨਾਮਣਾ ਹੁੰਦਾ ਹੈ ਤੇ ਰੱਬ ਮੰਨ ਕੇ ਉਹਨਾਂ ਨੂੰ ਪੂਜਿਆ ਜਾਂਦਾ।